ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਰੋਜ਼ਿਆਂ ਦੇ 5ਵੇਂ ਹਫਤੇ ਦੇ ਪ੍ਰਭੂ ਦੇ ਵਚਨ ਨੂੰ ਸੁਣੀਏ। ਅੱਜ ਦਾ ਜੋ ਪਹਿਲਾ ਪਾਠ ਹੈ ਉਹ ਦਾਨੀਏਲ ਨਬੀ ਦੀ ਪੁਸਤਕ, ਉਸ ਦਾ 3ਰਾ ਅਧਿਆਇ 14 ਤੋਂ 20 ਐਤ ਤੱਕ, 91, 92 ਅਤੇ 95 ਐਤ। ਅੱਜ ਦੇ ਇਸ ਪਾਠ ਦੇ ਵਿੱਚ ਅਸੀਂ 3 ਨੌਜਵਾਨਾਂ ਦੇ ਬਾਰੇ, ਉਹਨਾਂ ਦੇ ਵਿਸ਼ਵਾਸ ਭਰੇ ਜੀਵਨ ਦੇ ਬਾਰੇ ਸੁਣਦੇ ਹਾਂ, ਜੋ ਈਮਾਨ ਦੇ ਵਿੱਚ ਪੱਕੇ ਰਹੇ, ਇੱਥੋਂ ਤੱਕ ਕਿ ਮੌਤ ਦੇ ਮੂੰਹ ਦੇ ਵਿੱਚ ਵੀ ਉਹਨਾਂ ਨੂੰ ਸੁੱਟਿਆ ਗਿਆ, ਲੇਕਿਨ ਈਮਾਨ ਵਿੱਚ ਪੱਕੇ ਰਹੇ। ਅੱਜ ਦੀ ਅੰਜੀਲ ਯਹੂਨਾ ਦੀ, ਉਸ ਦਾ 8ਵਾਂ ਅਧਿਆਇ 31 ਤੋਂ ਲੈ ਕੇ 42 ਐਤ ਤੱਕ। ਇਸ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਜੋ ਸੱਚੇ ਚੇਲੇ ਬਣਨ ਦੇ ਬਾਰੇ, ਕਿਸ ਤਰ੍ਹਾਂ ਇੱਕ ਸੱਚਾ ਚੇਲਾ ਬਣਿਆ ਜਾ ਸਕਦਾ ਹੈ, ਉਸ ਦੇ ਬਾਰੇ ਅਸੀਂ ਸੁਣਾਂਗੇ। ਆਓ ਅਸੀਂ ਇਹਨਾਂ ਪਾਠਾਂ ਨੂੰ ਧਿਆਨ ਦੇ ਨਾਲ ਸੁਣੀਏ, ਉਹਨਾਂ ਦੇ ਉੱਤੇ ਮਨਨ ਕਰੀਏ ਤੇ ਉਸ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰੀਏ। ਪਾਠ ਪਹਿਲਾ, ਦਾਨੀਏਲ ਨਬੀ ਦੀ ਪੁਸਤਕ, ਅਧਿਆਇ 3, 14 ਤੋਂ 20, 91, 92 ਅਤੇ 95 ਆਇਤ। ਨਬੂਕਦਨਜ਼ਰ ਨੇ ਉਹਨਾਂ ਤੋਂ ਪੁੱਛਿਆ, ਹੇ ਸਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਪੂਜਾ ਅਤੇ ਮੇਰੇ ਬਣਾਏ ਬੁੱਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ? ਇਸ ਲਈ ਹੁਣ ਤੁਸੀਂ ਜੇਕਰ ਤਿਆਰ ਹੋ ਤਾਂ ਇਹਨਾਂ ਸਾਜ਼ਾਂ, ਬਿੰਗਲ, ਬੰਸਰੀ, ਸਾਰੰਗੀ, ਬਰਬਤ ਅਤੇ ਬੀਨ ਦੀ ਆਵਾਜ਼ ਸੁਣਦਿਆਂ ਹੀ ਬੁੱਤ ਅੱਗੇ ਮੱਥਾ ਟੇਕਣਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਛੇਤੀ ਹੀ ਬਲਦੀ ਅੱਗ ਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ। ਕੋਈ ਅਜਿਹਾ ਦੇਵਤਾ ਹੈ ਜੋ ਤੁਹਾਨੂੰ ਮੇਰੇ ਹੱਥੋਂ ਬਚਾ ਸਕੇਗਾ? ਪਰ ਉਹਨਾਂ ਤਿੰਨਾਂ ਨੇ ਕਿਹਾ, ਮਹਾਰਾਜ, ਅਸੀਂ ਤੁਹਾਡੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦੇਵਾਂਗੇ। ਜੇਕਰ ਕੋਈ ਅਜਿਹਾ ਹੈ ਤਾਂ ਉਹ ਸਾਡਾ ਖੁਦਾ ਹੈ ਜਿਸ ਦੀ ਅਸੀਂ ਸੇਵਾ ਕਰਦੇ ਹਾਂ। ਉਹ ਸਾਨੂੰ ਬਲਦੀ ਭੱਠੀ ਅਤੇ ਤੁਹਾਡੇ ਹੱਥੋਂ ਬਚਾ ਸਕਦਾ ਹੈ। ਪਰ ਜੇਕਰ ਉਹ ਸਾਨੂੰ ਨਹੀਂ ਵੀ ਬਚਾਵੇਗਾ, ਫਿਰ ਵੀ ਅਸੀਂ ਨਾ ਤਾਂ ਤੁਹਾਡੇ ਦੇਵਤੇ ਦੀ ਪੂਜਾ ਕਰਾਂਗੇ ਅਤੇ ਨਾ ਹੀ ਤੁਹਾਡੇ ਹੱਥੋਂ ਸਥਾਪਿਤ ਬੁੱਤ ਅੱਗੇ ਸਿਰ ਝੁਕਾਵਾਂਗੇ। ਇਹ ਸੁਣ ਰਾਜਾ ਗੁੱਸੇ ਨਾਲ ਭੜਕ ਉੱਠਿਆ। ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਉਸ ਨੇ ਹੁਕਮ ਦਿੱਤਾ, ਅੱਗ ਦੀ ਭੱਠੀ ਨੂੰ ਪਹਿਲਾਂ ਨਾਲੋਂ 7 ਗੁਣਾ ਜ਼ਿਆਦਾ ਤੇਜ਼ ਕੀਤਾ ਜਾਵੇ। ਉਸ ਨੇ ਆਪਣੇ ਸੈਨਾ ਦੇ ਤਾਕਤਵਰ ਆਦਮੀਆਂ ਨੂੰ ਬੁਲਾਇਆ ਅਤੇ ਇਹਨਾਂ 3 ਨੌਜਵਾਨਾਂ ਨੂੰ ਬਲਦੀ ਅੱਗ ਦੀ ਭੱਠੀ ਵਿੱਚ ਸੁੱਟਣ ਦਾ ਹੁਕਮ ਦਿੱਤਾ। ਰਾਜਾ ਨਬੂਕਦਨਜ਼ਰ ਭੱਠੀ ਦੀ ਅੰਦਰ ਦਾ ਨਜ਼ਾਰਾ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਆਪਣੇ ਸਲਾਹਕਾਰਾਂ ਕੋਲੋਂ ਪੁੱਛਿਆ, ਕੀ ਅਸੀਂ 3 ਆਦਮੀਆਂ ਨੂੰ ਕੱਪੜਿਆਂ ਸਮੇਤ ਬੰਨ੍ਹ ਕੇ ਭੱਠੀ ਵਿੱਚ ਨਹੀਂ ਸੁੱਟਿਆ ਸੀ? ਉਹਨਾਂ ਨੇ ਕਿਹਾ, ਹਾਂ ਮਹਾਰਾਜ, ਤੁਸੀਂ ਠੀਕ ਕਹਿ ਰਹੇ ਹੋ। ਰਾਜੇ ਨੇ ਉੱਤਰ ਦਿੱਤਾ, ਪਰ ਮੈਨੂੰ ਤਾਂ ਭੱਠੀ ਵਿੱਚ 4 ਮਨੁੱਖ ਟਹਿਲਦੇ ਨਜ਼ਰ ਆ ਰਹੇ ਹਨ। ਉਹਨਾਂ ਦੇ ਸਰੀਰਾਂ ਉੱਤੇ ਸੜਨ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਚੌਥਾ ਮਨੁੱਖ ਸਵਰਗ ਦੇ ਫਰਿਸ਼ਤੇ ਵਾਂਗ ਲੱਗ ਰਿਹਾ ਸੀ। ਰਾਜੇ ਨੇ ਕਿਹਾ, ਸਦਰਕ, ਮੇਸ਼ਕ ਅਤੇ ਅਬਦਨੇਗੋ ਦਾ ਪ੍ਰਭੂ ਧੰਨ ਹੈ, ਜਿਸ ਨੇ ਆਪਣਾ ਫਰਿਸ਼ਤਾ ਭੇਜ ਕੇ ਆਪਣੇ 3 ਭਗਤਾਂ ਦੀ ਰੱਖਿਆ ਕੀਤੀ ਹੈ। ਇਹਨਾਂ 3 ਨੇ ਮੇਰੇ ਹੁਕਮਾਂ ਨੂੰ ਤੋੜ ਕੇ ਆਪਣੀ ਜਾਨ ਖਤਰੇ ਵਿੱਚ ਪਾਈ ਅਤੇ ਆਪਣੇ ਖੁਦਾ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਨਾ ਪੂਜਾ ਕੀਤੀ ਅਤੇ ਨਾ ਹੀ ਬੁੱਤਾਂ ਅੱਗੇ ਸਿਰ ਝੁਕਾਇਆ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਯਹੂਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਫਿਰ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਈਮਾਨ ਲਿਆਂਦਾ ਸੀ ਕਿਹਾ, ਜੇਕਰ ਤੁਸੀਂ ਮੇਰੀ ਸਿੱਖਿਆ ਵਿੱਚ ਦ੍ਰਿੜ ਰਹੋਗੇ ਤਾਂ ਤੁਸੀਂ ਸੱਚਮੁੱਚ ਮੇਰੇ ਚੇਲੇ ਹੋਵੋਗੇ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਅਸੀਂ ਅਬਰਾਹਮ ਦੀ ਸੰਤਾਨ ਹਾਂ ਅਤੇ ਕਦੀ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ। ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਸੀਂ ਆਜ਼ਾਦ ਕੀਤੇ ਜਾਓਗੇ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ। ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਹੈ। ਇਸ ਲਈ ਜੇਕਰ
ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ। ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਮ ਦੀ ਸੰਤਾਨ ਹੋ, ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹੋ, ਕਿਉਂਕਿ ਮੇਰੇ ਵਚਨ ਲਈ ਤੁਹਾਡੇ ਅੰਦਰ ਕੋਈ ਥਾਂ ਨਹੀਂ ਹੈ। ਮੈਂ ਉਹੀ ਦੱਸਦਾ ਹਾਂ ਜੋ ਮੈਂ ਆਪਣੇ ਬਾਪ ਕੋਲੋਂ ਵੇਖਿਆ ਹੈ, ਅਤੇ ਤੁਸੀਂ ਉਹੀ ਕਰਦੇ ਹੋ ਜੋ ਤੁਸੀਂ ਆਪਣੇ ਬਾਪ ਕੋਲੋਂ ਸੁਣਿਆ ਹੈ। ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਅਬਰਾਹਮ ਸਾਡਾ ਪਿਤਾ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਜੇਕਰ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਉਹੀ ਕਰਦੇ ਜੋ ਅਬਰਾਹਮ ਨੇ ਕੀਤਾ ਸੀ। ਪਰ ਹੁਣ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹੋ ਉਸ ਮਨੁੱਖ ਨੂੰ ਜਿਸ ਨੇ ਤੁਹਾਨੂੰ ਸੱਚਾਈ ਦੱਸੀ ਹੈ, ਜੋ ਮੈਂ ਖੁਦਾ ਕੋਲੋਂ ਸੁਣੀ ਹੈ। ਅਬਰਾਹਮ ਨੇ ਤਾਂ ਇਹ ਨਹੀਂ ਕੀਤਾ ਸੀ। ਤੁਸੀਂ ਅਸਲ ਵਿੱਚ ਉਹੀ ਕਰਦੇ ਹੋ ਜੋ ਤੁਹਾਡਾ ਬਾਪ ਕਰਦਾ ਹੈ। ਉਹਨਾਂ ਨੇ ਉਸ ਨੂੰ ਕਿਹਾ, ਅਸੀਂ ਹਰਾਮਕਾਰੀ ਤੋਂ ਪੈਦਾ ਨਹੀਂ ਹੋਏ ਹਾਂ। ਸਾਡਾ ਇੱਕ ਹੀ ਪਿਤਾ ਹੈ ਅਤੇ ਉਹ ਖੁਦਾ ਆਪ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਜੇਕਰ ਤੁਹਾਡਾ ਬਾਪ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਖੁਦਾ ਚੋਂ ਨਿਕਲਿਆ ਹਾਂ ਅਤੇ ਉਸ ਕੋਲੋਂ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਸਗੋਂ ਉਸ ਨੇ ਮੈਨੂੰ ਘੱਲਿਆ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਅੱਜ ਇਹਨਾਂ ਪਾਠਾਂ ਦੇ ਉੱਤੇ ਆਪਣਾ ਧਿਆਨ ਲਾਈਏ। ਅੱਜ ਦਾ ਪਹਿਲਾ ਪਾਠ ਦਾਨੀਏਲ ਨਬੀ ਦੀ ਪੁਸਤਕ 3 ਅਧਿਆਇ 14 ਤੋਂ 20 ਐਤ ਤੱਕ, 91, 92 ਅਤੇ 95 ਐਤ ਨੂੰ ਅਸੀਂ ਸੁਣਿਆ ਹੈ। 3 ਨੌਜਵਾਨਾਂ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਰਾਜਾ ਨਬੂਕਦਨਜ਼ਰ ਨੇ ਇਹ ਫਰਮਾਨ ਜਾਰੀ ਕੀਤਾ ਕਿ ਉਸ ਦੇ ਬੁੱਤ ਦੇ ਅੱਗੇ ਜਿੰਨੇ ਵੀ ਇਸਰਾਇਲੀ ਹਨ, ਜਿੰਨੇ ਵੀ ਯਹੂਦੀ ਹਨ, ਸਿਜਦਾ ਕਰਨ। ਲੇਕਿਨ 3 ਨੌਜਵਾਨਾਂ ਨੇ, ਸਦਰਕ, ਮੇਸਕ ਅਤੇ ਅਬਦਨਗੋ ਨੇ ਰਾਜੇ ਦੇ ਉਸ ਫਰਮਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਤੇ ਰਾਜਾ ਉਹਨਾਂ ਨੂੰ ਇੱਕ ਗੱਲ ਕਹਿੰਦਾ ਹੈ ਕਿ ਜੇਕਰ ਤੁਸੀਂ ਸਿਜਦਾ ਨਹੀਂ ਕਰੋਗੇ ਤਾਂ ਤੁਹਾਨੂੰ ਬਲਦੀ ਹੋਈ ਭੱਠੀ ਦੇ ਵਿੱਚ ਝੋਕਿਆ ਜਾਵੇਗਾ। ਉਹਨਾਂ ਨੌਜਵਾਨਾਂ ਦਾ ਜੋ ਇੱਕ ਜਵਾਬ ਹੈ ਉਹ ਬਹੁਤ ਹੀ ਈਮਾਨ ਨਾਲ ਭਰਿਆ ਜਵਾਬ ਸੀ। ਉਹ ਕੀ ਕਹਿੰਦੇ ਹਨ ਕਿ ਚਾਹੇ ਸਾਡਾ ਖੁਦਾ ਸਾਡਾ ਬਚਾਓ ਨਾ ਵੀ ਕਰੇ, ਅਸੀਂ ਫਿਰ ਵੀ ਇਸ ਬੁੱਤ ਦੇ ਅੱਗੇ ਸਿਜਦਾ ਨਹੀਂ ਕਰਾਂਗੇ। ਯਾਨੀ ਕਿ ਸਾਡਾ ਇੱਕੋ ਹੀ ਖੁਦਾ ਹੈ ਤੇ ਅਸੀਂ ਉਸੇ ਦੇ ਅੱਗੇ ਹੀ ਸਿਰ ਝੁਕਾਉਣਾ ਹੈ। ਤੇ ਉਹ ਆਪਣੇ ਈਮਾਨ ਦੇ ਵਿੱਚ ਮਜ਼ਬੂਤ ਰਹੇ। ਅਸੀਂ ਸੁਣਿਆ ਹੈ ਕਿ ਕਿਸ ਤਰ੍ਹਾਂ ਭੱਠੀ ਨੂੰ 3 ਗੁਣਾ ਜ਼ਿਆਦਾ ਗਰਮ ਕੀਤਾ ਗਿਆ ਅਤੇ ਇਹਨਾਂ 3 ਨੌਜਵਾਨਾਂ ਨੂੰ ਉਸ ਬਲਦੀ ਭੱਠੀ ਦੇ ਵਿੱਚ ਸੁੱਟਿਆ ਗਿਆ। ਤੇ ਕਿਸ ਤਰ੍ਹਾਂ ਖੁਦਾ ਨੇ ਆਪਣੇ ਦੂਤ ਦੇ ਦੁਆਰਾ ਉਹਨਾਂ ਦਾ ਬਚਾਓ ਕੀਤਾ। ਬਲਦੀ ਭੱਠੀ ਦੇ ਵਿੱਚੋਂ ਵੀ ਉਹਨਾਂ ਨੂੰ ਜਿਉਂਦੇ ਜਾਗਦੇ ਬਾਹਰ ਲੈ ਆਂਦਾ। ਪਿਆਰਿਓ, ਵਚਨ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹ ਭੱਠੀ ਦਾ ਸੇਕ ਇੰਨਾ ਜ਼ਿਆਦਾ ਸੀ ਕਿ ਜਿਹੜੇ ਅੱਗ ਡਾਉਣ ਜਾਂਦੇ ਸੀ ਉਹ ਝੁਲਸ ਕੇ ਮਰ ਗਏ ਸੀ। ਪਰ ਇਹ ਜੋ ਵਿਸ਼ਵਾਸੀ ਲੋਕ ਸੀ, ਇਹਨਾਂ ਦੇ ਉੱਤੇ ਆਂਚ ਤੱਕ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਇਹਨਾਂ ਦਾ ਭਰੋਸਾ ਖੁਦਾ ਦੇ ਉੱਤੇ ਸੀ, ਯਹੋਵਾ ਪਰਮੇਸ਼ਵਰ ਦੇ ਉੱਤੇ ਇਹਨਾਂ ਦਾ ਭਰੋਸਾ ਸੀ। ਪਿਆਰੇ, ਹੁਣ ਅਸੀਂ ਇਸ ਦੀ ਤੁਲਨਾ ਆਪਣੇ ਜੀਵਨ ਦੇ ਨਾਲ ਕਰੀਏ। ਸਾਡੇ ਜੀਵਨ ਦੇ ਵਿੱਚ ਜਦੋਂ ਬਿਮਾਰੀ ਆ ਜਾਂਦੀ ਹੈ, ਦੁੱਖ ਮੁਸੀਬਤਾਂ ਆ ਜਾਂਦੀਆਂ ਹਨ, ਤਾਂ ਅਸੀਂ ਕਿਸ ਤਰ੍ਹਾਂ ਖੁਦਾ ਤੋਂ ਦੂਰ ਹੋ ਜਾਂਦੇ ਹਾਂ। ਅਸੀਂ ਖੁਦਾ ਦੇ ਖਾਦਮ ਹੀ ਬਦਲ ਦਿੰਦੇ ਹਾਂ, ਕਲੀਸਿਆਵਾਂ ਬਦਲ ਦਿੰਦੇ ਹਾਂ। ਸਾਨੂੰ ਜੇਕਰ ਇੱਕ ਚਰਚ ਤੋਂ ਆਰਾਮ ਨਹੀਂ ਆਇਆ ਹੈ, ਅਸੀਂ ਦੂਜੇ ਚਰਚ ਵੱਲ ਤੁਰ ਪੈਂਦੇ ਹਾਂ। ਦੇਖੋ, ਅੱਜ ਸਦਰਕ, ਮੇਸਕ ਤੇ ਅਬਦਨਗੋ ਨੇ ਇਹ ਜੋ ਜਵਾਬ ਦਿੱਤਾ ਸੀ ਕਿ ਚਾਹੇ ਸਾਡਾ ਪ੍ਰਭੂ ਪਰਮੇਸ਼ਵਰ ਸਾਡਾ ਬਚਾਓ ਨਾ ਵੀ ਕਰੇ, ਲੇਕਿਨ ਅਸੀਂ ਆਪਣੇ ਈਮਾਨ ਵਿੱਚ ਪੱਕੇ ਹਾਂ ਤੇ ਅਸੀਂ ਪੱਕੇ ਰਵਾਂਗੇ। ਤੇ ਅਸੀਂ ਥਾਂ ਥਾਂ ਤੇ ਭਟਕਦੇ ਹਾਂ। ਤੁਸੀਂ ਆਪਣੇ ਆਪ ਨੂੰ ਪੁੱਛੋ ਕਿ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਗਏ ਜੇ। ਕੈਥੋਲਿਕ ਚਰਚ ਵਿੱਚ ਗਏ, ਉੱਥੇ ਦੁਆ ਬੰਦਗੀ ਕੀਤੀ, ਤੁਹਾਨੂੰ ਸਰੀਰਕ ਚੰਗਿਆਈ ਨਹੀਂ ਮਿਲੀ ਤਾਂ ਤੁਸੀਂ ਹੋਰ ਕਿਸੇ ਗਿਰਜੇ ਵਿੱਚ ਚਲੇ ਗਏ। ਉੱਥੋਂ ਵੀ ਨਹੀਂ ਮਿਲੀ
ਤਾਂ ਫਿਰ ਕਿਸੇ ਹੋਰ ਗਿਰਜੇ ਦੇ ਵਿੱਚ। ਮਤਲਬ ਕਿ ਅਸੀਂ ਥਾਂ ਥਾਂ ਤੇ ਅਸੀਂ ਧੱਕੇ ਖਾ ਰਹੇ ਹਾਂ। ਕਈ ਲੋਕ ਕਹਿ ਦਿੰਦੇ ਹਨ ਇੱਥੇ ਵੀ ਪ੍ਰਚਾਰ ਹੈ, ਉੱਥੇ ਵੀ ਪ੍ਰਚਾਰ ਹੈ, ਉੱਥੇ ਵੀ ਖੁਦਾ ਦਾ ਵਚਨ ਸੁਣਾਇਆ ਜਾਂਦਾ ਹੈ, ਇੱਥੇ ਵੀ। ਪਰ ਖੁਦਾ ਦਾ ਵਚਨ ਜ਼ਰੂਰ ਸੁਣਾਇਆ ਜਾਂਦਾ ਹੈ, ਲੇਕਿਨ ਤੁਹਾਡਾ ਈਮਾਨ ਪੱਕਾ ਨਹੀਂ ਹੈ। ਕਿਉਂਕਿ ਜਦੋਂ ਸਾਡਾ ਈਮਾਨ ਪੱਕਾ ਹੈ ਤਾਂ ਫਿਰ ਅਸੀਂ ਈਮਾਨ ਦੇ ਵਿੱਚ ਪੱਕੇ ਰਹਿ ਕੇ ਜੀਵਨ ਵਿੱਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਲਵਾਂਗੇ, ਸਾਰੇ ਦੁੱਖ ਸਬਰ ਦੇ ਨਾਲ ਸਹਿ ਲਾਂਗੇ, ਜਿਸ ਤਰ੍ਹਾਂ ਸਦਰਕ ਅਤੇ ਮੇਸਕ ਅਤੇ ਅਬਦਨਗੋ ਨੇ ਸਹਿ ਲਏ। ਇਸ ਤਰ੍ਹਾਂ ਦਾ ਈਮਾਨ ਹੋਣਾ ਚਾਹੀਦਾ ਹੈ। ਤੇ ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਫ਼-ਸਾਫ਼ ਕਹਿੰਦਾ ਹੈ ਕਿ ਜੇਕਰ ਤੁਸੀਂ ਮੇਰੀਆਂ ਆਗਿਆਵਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਚੇਲੇ ਹੋਵੋਗੇ। ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਹੁਣ ਸੱਚ ਕੌਣ ਹੈ? ਪ੍ਰਭੂ ਯਿਸੂ ਮਸੀਹ ਆਪ ਕਹਿੰਦਾ ਹੈ। ਯਹੂਨਾ ਦੀ ਅੰਜੀਲ ਦੇ ਵਿੱਚ 14ਵੇਂ ਅਧਿਆਇ ਦੇ ਵਿੱਚ ਪ੍ਰਭੂ ਕਹਿੰਦਾ ਹੈ, ਰਾਹ, ਸੱਚ ਅਤੇ ਜੀਵਨ ਮੈਂ ਹਾਂ। ਰਾਹ ਵੀ ਉਹ ਹੈ, ਸੱਚ ਵੀ ਉਹ ਹੈ ਤੇ ਜੀਵਨ ਦੇਣ ਵਾਲਾ ਵੀ ਉਹ ਹੈ। ਹੁਣ ਇਹਨਾਂ ਤਿੰਨ ਨੌਜਵਾਨਾਂ ਨੂੰ ਰਾਹ ਕਿਸ ਨੇ ਦਿਖਾਇਆ? ਖੁਦਾ ਨੇ ਆਪ ਰਾਹ ਦਿਖਾਇਆ। ਤੇ ਸੱਤ ਕਿਸ ਨੇ ਉਹਨਾਂ ਨੂੰ ਸਮਝਾਇਆ? ਉਹਨਾਂ ਦੇ ਮਾਪਿਆਂ ਦੁਆਰਾ ਉਹਨਾਂ ਦੇ ਵਿੱਚ ਉਹ ਈਮਾਨ ਦਾ ਜੋ ਸੱਤ ਦਾ ਬੀਜ ਬੀਜਿਆ ਗਿਆ ਅਤੇ ਆਖਰ ਵਿੱਚ ਉਹਨਾਂ ਨੂੰ ਜੀਵਨ ਮਿਲਿਆ। ਹਾਂ ਪਿਆਰਿਓ, ਜੇਕਰ ਅਸੀਂ ਵੀ ਜੀਵਨ ਹਾਸਲ ਕਰਨਾ ਹੈ, ਜੇਕਰ ਅਸੀਂ ਵੀ ਖੁਦਾ ਦੇ ਕੋਲੋਂ ਬਰਕਤਾਂ ਹਾਸਲ ਕਰਨੀਆਂ ਹਨ, ਤਾਂ ਅਸੀਂ ਖੁਦਾ ਦੇ ਹੁਕਮਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਨਾ ਹੈ। ਤੇ ਦੂਜੀ ਗੱਲ ਹੈ ਕਿ ਅਸੀਂ ਇਹ ਮੰਨਣਾ ਹੈ ਕਿ ਸਾਡਾ ਜੋ ਰਾਹ ਹੈ, ਸਾਨੂੰ ਸਹੀ ਰਸਤਾ ਵਿਖਾਉਣ ਵਾਲਾ ਸਾਡਾ ਪ੍ਰਭੂ ਯਿਸੂ ਮਸੀਹ ਆਪ ਹੈ। ਸੱਤ ਵੀ ਉਹ ਹੈ, ਸੱਚੀ ਸਿੱਖਿਆ, ਸਹੀ ਰਸਤਾ ਦਿਖਾਉਣ ਵਾਲਾ ਸਾਡਾ ਪ੍ਰਭੂ ਯਿਸੂ ਹੈ। ਅਸੀਂ ਉਹਦੀ ਪੈਰਵੀ ਕਰਨੀ ਹੈ ਤੇ ਸਾਨੂੰ ਆਖਰ ਦੇ ਵਿੱਚ ਜੀਵਨ ਦੇਣ ਵਾਲਾ, ਇਸ ਦੁਨੀਆ ਦੇ ਵਿੱਚ ਸਾਡੀਆਂ ਬਿਮਾਰੀਆਂ ਤੋਂ ਸਾਨੂੰ ਆਜ਼ਾਦ ਕਰਨ ਵਾਲਾ, ਸ਼ਿਫਾ ਦੇਣ ਵਾਲਾ ਖੁਦਾ ਯਿਸੂ ਮਸੀਹ ਹੈ। ਇਸ ਕਰਕੇ ਅਸੀਂ ਉਸ ਖੁਦਾ ਦੇ ਉੱਤੇ ਭਰੋਸਾ ਰੱਖੀਏ ਤੇ ਇਹਨਾਂ ਤਿੰਨ ਨੌਜਵਾਨਾਂ ਦੇ ਜੀਵਨ ਦੇ ਵਿੱਚੋਂ ਅੱਜ ਸਿੱਖਿਆ ਲਈਏ। ਪਿਆਰਿਓ, ਜੇਕਰ ਖੁਦਾ ਦੀ ਯੋਜਨਾ ਹੈ, ਖੁਦਾ ਦੀ ਮਰਜ਼ੀ ਹੈ ਕਿ ਅਸੀਂ ਆਪਣੇ ਦੁੱਖਾਂ ਦੁਆਰਾ ਉਸ ਦੇ ਨਾਂ ਨੂੰ ਜਲਾਲ ਦੇਣਾ ਹੈ, ਤੇ ਫਿਰ ਅਸੀਂ ਦੁੱਖ ਸਹਿਣੇ ਹਨ, ਅਸੀਂ ਭਟਕਣਾ ਨਹੀਂ ਹੈ। ਸਬਰ ਰੱਖੀਏ। ਜਦੋਂ ਅਸੀਂ ਸਬਰ ਸੰਤੋਖ ਦੇ ਨਾਲ ਸਾਰੇ ਦੁੱਖ ਸਹਿ ਲਵਾਂਗੇ ਤੇ ਖੁਦਾ ਸਾਨੂੰ ਅਪਾਰ ਬਰਕਤਾਂ ਦੇਵੇਗਾ। ਉਹ ਬਰਕਤਾਂ ਜਿਹੜੀਆਂ ਉਸਨੇ ਅਯੂਬ ਨੂੰ ਦਿੱਤੀਆਂ, 7 ਗੁਣਾ ਜ਼ਿਆਦਾ ਬਰਕਤਾਂ ਉਸ ਨੂੰ ਦਿੱਤੀਆਂ। ਇਸ ਲਈ ਆਓ ਅਸੀਂ ਇਹੋ ਜਿਹਾ ਈਮਾਨ, ਇਹੋ ਜਿਹਾ ਭਰੋਸਾ ਖੁਦਾ ਦੇ ਉੱਤੇ ਰੱਖੀਏ, ਉਹਦੇ ਹੁਕਮਾਂ ਅਨੁਸਾਰ ਜੀਵਨ ਗੁਜ਼ਾਰੀਏ ਅਤੇ ਰੋਜ਼ਿਆਂ ਦੇ ਇਸ ਸਮੇਂ ਨੂੰ ਅਸੀਂ ਹੋਰ ਜ਼ਿਆਦਾ ਪਾਵਨ ਅਤੇ ਆਪਣੇ ਲਈ ਅਸਰਦਾਇਕ ਬਣਾਈਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।